ਜਦ ਕਦੇ ਧਰਮ ਦੀ ਹਾਨੀ ਹੁੰਦੀ ਹੈ ਤਾਂ ਸ੍ਰਿਸ਼ਟੀ ਵਿੱਚ ਹਾਹਾਕਾਰ ਮਚ ਜਾਂਦੀ ਹੈ। ਸਤੋ ਗੁਣੀ ਭਲੇ ਸਤਪੁਰਸ਼ ਦੁਖੀ ਹੋ ਕੇ ਪਰੋਖੇ ਜਾ ਬੈਠਦੇ ਹਨ ਅਤੇ ਰਾਖਸ਼ ਬੁੱਧੀ ਰਜੋ ਤੇ ਤਮੋ ਗੁਣੀ ਮਹਾ ਅਪਵਾਦੀਆਂ ਜ਼ਾਲਮਾਂ ਦੀ ਜਿੱਥੇ ਕਿਤੇ ਤੂਤੀ ਬੋਲਦੀ ਹੈ। ਜਦ ਇਸ ਤਰ੍ਹਾਂ ਘੋਰ ਜ਼ੋਰ ਜ਼ੁਲਮ ਤੇ ਪਾਪ ਦੀ ਕਾਲੀ ਬੋਲੀ ਹਨੇਰੀ ਚੜ੍ਹਦੀ ਹੈ ਤਾਂ ਉਹ ਆਦ੍ਰਿਸ਼ਟ ਸਤਚਿਤ ਆਨੰਦ ਨਿਰੰਕਾਰ ਜਿਸ ਦੇ ਆਸਰੇ ਧਰਮ ਧੌਲ ਖੜਾ ਹੈ ਕਥਨ ਕੀਤਾ ਜਾਂਦਾ ਹੈ, ਆਪਣੇ ਨੂਰ ਦੀ ਬਿਜਲੀ ਲਸ਼ਕਾਉਂਦਾ ਹੈ, ਜਿਸ ਨਾਲ ਪਾਪੀਆਂ ਜ਼ਾਲਮਾਂ ਨੂੰ ਭੈ ਅਤੇ ਸਤਪੁਰਖਾਂ ਨੂੰ ਉਸ ਦੀ ਹੋਂਦ ਦੀ ਧੀਰਜ ਵੱਜ ਜਾਂਦੀ ਹੈ। ਤਾਤ ਪ੍ਰਜ ਜਦੋਂ ਦੁਨੀਆ ਦੇ ਰਾਜੇ ਅਤ ਜ਼ਾਲਮ ਹੋ ਕੇ ਪ੍ਰਜਾ ਨੂੰ ਜ਼ੁਲਮ ਨਾਲ ਅਕਾਰਨ ਤੰਗ ਕਰਦੇ ਹਨ ਤਾਂ ਪ੍ਰਜਾ ਦੇ ਲੋਕ ਅਤ ਦੁਖੀ ਹੋ ਕੇ ਆਪਣੀ ਰੱਖਿਆ ਵਾਸਤੇ ਅਨੰਤ ਸ਼ਕਤੀ ਅੱਗੇ ਪੁਕਾਰ ਕਰਦੇ ਹਨ, ਜਿਸ ਨੂੰ ਨਿਵਾਰਨ ਵਾਸਤੇ ਨਿਰੰਕਾਰ ਕਿਸੇ ਮਹਾ ਵਿਅਕਤੀ ਨੂੰ ਸੰਸਾਰ ਤੇ ਭੇਜਦਾ ਹੈ। ਹੁਣ ਅਜਿਹਾ ਹੀ ਸਮਾਂ ਸੀ ਜਦ ਕਿ ਹਿੰਦੂ ਪ੍ਰਜਾ ਔਰੰਗਜ਼ੇਬ ਦੇ ਜ਼ੁਲਮ ਰਾਜ ਹੇਠਾਂ ਬੜੀ ਦੁਖੀ ਸੀ। ਇਸ ਸਮੇਂ ਕਿਸੇ ਸੰਤ ਸਿਪਾਹੀ ਵਿਅਕਤੀ ਦੀ ਲੋੜ ਸੀ ਜਿਹੜਾ ਕਿ ਜ਼ਾਲਮ ਦੇ ਜ਼ੁਲਮ ਦਾ ਟਾਕਰਾ ਕਰਨ ਦੇ ਯੋਗ ਹੋਵੇ, ਜਿਸ ਵਿੱਚ ਸ਼ਕਤੀ ਅਤੇ ਭਗਤੀ ਦੋਵੇਂ ਗੁਣ ਸਮਿਲਿਤ ਹੋਣ, ਜੋ ਸ਼ਕਤੀ ਨਾਲ ਭਗਤੀ ਦੀ ਰੱਖਿਆ ਕਰ ਸਕੇ ਅਤੇ ਭਗਤੀ ਨਾਲ ਜ਼ਾਲਮ ਦੀ ਸ਼ਕਤੀ ਨੂੰ ਪ੍ਰਹਾਰ ਸਕੇ। ਇਸ ਮਹਾਨ ਕਾਰਜ ਵਾਸਤੇ ਨਿਰੰਕਾਰ ਜੀ ਨੇ ਇੱਕ ਤਪ ਕਰ ਰਹੇ ਮਹਾਂ ਤਪਸਵੀ ਨੂੰ ਆਪਣੇ ਪੁੱਤਰ ਦਾ ਮਾਣ ਬਖਸ਼ ਕੇ ਸੰਸਾਰ ਵਿੱਚ ਭੇਜਿਆ, ਜੈਸਾ ਕਿ ਗੁਰੂ ਜੀ ਨੇ ਆਪਣੇ ਕਥਾ ਬਚਿੱਤਰ ਨਾਟਕ ਵਿੱਚ ਵੀ ਇਸ ਬਾਰੇ ਫਰਮਾਇਆ ਹੈ। ਸਪਤ ਸ੍ਰਿੰਗ ਪਰਬਤ ਵਿੱਚ ਜਿੱਥੇ ਪਾਂਡੂ ਰਾਜੇ ਨੇ ਜੋਗ ਕਮਾਇਆ ਸੀ, ਉੱਥੇ ਹੇਮਕੁੰਟ ਚੋਟੀ ਪਰ ਅਸੀਂ ਬਹੁਤ ਤਪੱਸਿਆ ਕਰਕੇ ਨਿਰੰਕਾਰ ਨਾਲ ਇੱਕ ਰੂਪ ਹੋ ਗਏ। ਇਸ ਸਮੇਂ ਮੇਰੇ ਮਾਤਾ ਜਾਣੇ ਕਿ ਗੁਜਰੀ ਜੀ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਘਰ ਪੁੱਤਰ ਪ੍ਰਾਪਤੀ ਵਾਸਤੇ ਅਕਾਲ ਪੁਰਖ ਦੀ ਬਹੁਤ ਆਰਾਧਨਾ ਕੀਤੀ। ਅਕਾਲ ਪੁਰਖ ਨੇ ਉਹਨਾਂ ਦੀ ਭਗਤੀ ਉੱਪਰ ਪ੍ਰਸੰਨ ਹੋ ਕੇ ਮੈਨੂੰ ਉਹਨਾਂ ਦੇ ਘਰ ਜਨਮ ਲੈਣ ਵਾਸਤੇ ਆਖਿਆ, ਪਰ ਮੇਰੀ ਬਿਰਤੀ ਅਕਾਲ ਪੁਰਖ ਦੇ ਸਿਮਰਨ ਰੂਪੀ ਚਰਨਾਂ ਵਿੱਚ ਲੱਗੀ ਹੋਈ ਸੀ, ਇਸ ਕਰਕੇ ਮੇਰਾ ਸੰਸਾਰ ਵਿੱਚ ਆਉਣ ਵਾਸਤੇ ਚਿੱਤ ਨਹੀਂ ਸੀ ਕਰਦਾ। ਪਰੰਤੂ ਪ੍ਰਭੂ ਨੇ ਮੈਨੂੰ ਜਿਸ ਤਰ੍ਹਾਂ ਵੀ ਹੋ ਸਕਿਆ ਸਮਝਾਇਆ ਬੁਝਾਇਆ ਅਤੇ ਇਸ ਤਰ੍ਹਾਂ ਮੈਨੂੰ ਇਸ ਸੰਸਾਰ ਵਿੱਚ ਭੇਜ ਦਿੱਤਾ। ਅਕਾਲ ਪੁਰਖ ਜੀ ਨੇ ਸਮਝਾਇਆ ਕਿ ਜਿਤਨੇ ਵੀ ਅੱਗੇ ਮੈਂ ਵੱਡੇ ਵੱਡੇ ਪੀਰ ਪੈਗੰਬਰ ਤੇ ਅਵਤਾਰ ਭੇਜੇ ਹਨ, ਉਹ ਸਾਰੇ ਆਪਣਾ ਨਾਮ ਹੀ ਜਪਾਉਣ ਵਿੱਚ ਲੱਗ ਪਏ, ਕਿਸੇ ਸਤਨਾਮ ਪਰਮੇਸ਼ਰ ਦਾ ਨਾਮ ਨਹੀਂ ਜਪਾਇਆ, ਸਾਰੇ ਆਪਣੇ ਆਪ ਵਿੱਚ ਹੀ ਲੱਗ ਪਏ, ਪਾਰ ਬ੍ਰਹਮ ਨੂੰ ਕਿਸੇ ਨਾ ਪਛਾਣਿਆ। ਇਸ ਕਰਕੇ ਅਕਾਲ ਪੁਰਖ ਨੇ ਕਿਹਾ ਕਿ ਮੈਂ ਤੈਨੂੰ ਆਪਣੇ ਪੁੱਤਰ ਦਾ ਸਨਮਾਨ ਦੇ ਕੇ ਇੱਕ ਪੰਥ ਸਾਜਣ ਵਾਸਤੇ ਭੇਜਦਾ ਹਾਂ। ਉੱਥੇ ਜਗਤ ਵਿੱਚ ਜਾ ਕੇ ਧਰਮ ਦਾ ਰਸਤਾ ਤੋਰੋ ਅਤੇ ਖੋਟੇ ਕਰਮ ਕਰਨ ਤੋਂ ਲੋਕਾਂ ਨੂੰ ਹਟਾਓ। ਅਕਾਲ ਪੁਰਖ ਤੋਂ ਇਹ ਹੁਕਮ ਸੁਣ ਕੇ ਆਪ ਜੀ ਫਰਮਾਉਂਦੇ ਹਨ, ਮੈਂ ਹੱਥ ਜੋੜ ਖੜਾ ਹੋ ਗਿਆ ਤੇ ਸਿਰ ਨਵਾ ਕੇ ਬੇਨਤੀ ਕੀਤੀ ਕਿ ਮਹਾਰਾਜ, ਜ਼ੋਰ ਜ਼ੁਲਮ ਦਾ ਟਾਕਰਾ ਕਰਨ ਵਾਲਾ ਪੰਥ ਤਦ ਹੀ ਚੱਲ ਸਕਦਾ ਹੈ ਜੇਕਰ ਤੁਸੀਂ ਆਪ ਸਹਾਈ ਹੋਵੋ। ਜਦ ਕਿ ਇਸ ਕਾਰਜ ਵਾਸਤੇ ਪ੍ਰਭੂ ਜੀ ਨੇ ਮੈਨੂੰ ਭੇਜਿਆ ਹੈ, ਮੈਂ ਜਨਮ ਲੈ ਕੇ ਜਗਤ ਵਿੱਚ ਆਇਆ ਹਾਂ। ਇਸ ਤਰ੍ਹਾਂ ਉਸ ਅਕਾਲ ਪੁਰਖ ਨੇ ਮੈਨੂੰ ਆਖਿਆ ਸੀ, ਉਸੇ ਹੀ ਤਰ੍ਹਾਂ ਮੈਂ ਉਹਨਾਂ ਜਾਣੇ ਕਿ ਜ਼ਾਲਮ ਲੋਕਾਂ ਨੂੰ ਸਮਝਾਵਾਂਗਾ, ਹੋਰ ਕਿਸੇ ਪਾਸੋਂ ਮੈਂ ਆਪਣਾ ਵੈਰ ਨਹੀਂ ਲਵਾਂਗਾ। ਆਪ ਜੀ ਦੇ ਇਹਨਾਂ ਮੁੱਖ ਵਾਕ ਬਚਨਾਂ ਤੋਂ ਸਪਸ਼ਟ ਹੈ ਕਿ ਦੁਨੀਆ ਉੱਤੇ ਜ਼ੁਲਮ ਤੇ ਉਪਦਰਵ ਹੁੰਦੇ ਵੇਖ ਕੇ ਅਕਾਲ ਪੁਰਖ ਨੇ ਆਪ ਜੀ ਨੂੰ ਦੀਨਾਂ ਦੀ ਰੱਖਿਆ ਕਰਨ ਵਾਸਤੇ ਸਮੇਂ ਅਨੁਸਾਰ ਯੋਗ ਸਮਝ ਕੇ ਹੇਮਕੁੰਟ ਪਰਬਤ ਉੱਤੇ ਤਪ ਕਰਦੇ ਆਪਣੇ ਵਿੱਚ ਇੱਕ ਰੂਪ ਹੋਏ ਵਿਅਕਤੀ ਨੂੰ ਉਸ ਮਾਤਾ ਪਿਤਾ ਦੇ ਰਾਹੀਂ ਸੰਸਾਰ ਤੇ ਪ੍ਰਗਟ ਕੀਤਾ, ਜਿਨ੍ਹਾਂ ਨੇ ਪ੍ਰਭੂ ਦੀ ਅਤਿਅੰਤ ਭਗਤੀ ਕਰਕੇ ਪੁੱਤਰ ਦੀ ਮੰਗ ਮੰਗੀ ਸੀ। ਹੇਮਕੁੰਟ ਅਰਥਾਤ ਬਰਫ਼ ਦੀ ਪਹਾੜੀ ਦਾ ਟਿੱਲਾ ਸਪਤ ਸ੍ਰਿੰਗ ਦੇ ਸਿਲਸਿਲੇ ਦੇ ਸੱਜੇ ਪਾਸੇ ਹਿਮਾਲਿਆ ਪਹਾੜ ਬਦਰੀ ਨਾਰਾਇਣ ਦੇ ਨੇੜੇ ਹੈ। ਸਪਤ ਸ੍ਰਿੰਗ ਦੀਆਂ 7 ਚੋਟੀਆਂ ਦੇ ਨਾਮ ਇਹ ਹਨ। ਘੋੜੀ ਪਰਬਤ ਸਭ ਤੋਂ ਉੱਚੀ ਚੋਟੀ ਹੈ, ਹਾਥੀ ਪਰਬਤ, ਵਸ਼ਿਸ਼ਟ ਪਰਬਤ, ਕਾਂਗ ਕੁੰਨ ਪਰਬਤ, ਨਰ ਪਰਬਤ। 6ਵੀਂ ਤੇ 7ਵੀਂ ਚੋਟੀ ਦੇ ਨਾਮ ਨਹੀਂ ਮਿਲੇ। ਹੇਮਕੁੰਟ ਰਿਸ਼ੀਕੇਸ਼ ਹਰਿਦੁਆਰ ਤੋਂ ਕੁਝ ਮੀਲ ਦੂਰੀ ਹੈ। ਇਸ ਨੂੰ ਰਿਸ਼ੀਕੇਸ਼ ਤੋਂ ਗੰਗਾ ਤੇ ਮਾਲਕ ਗੰਗਾ ਦੇ ਨਾਲ ਰਸਤਾ ਜਾਂਦਾ ਹੈ। ਜਾਣ ਲੱਗਿਆਂ ਪਹਾੜਾਂ ਦੀ ਚੜ੍ਹਾਈ ਕਰਕੇ ਕੁਝ ਬਹੁਤੇ ਦਿਨ ਲੱਗਦੇ ਹਨ ਅਤੇ ਆਉਣ ਲੱਗਿਆਂ ਉਤਰਾਈ ਕਰਕੇ ਥੋੜ੍ਹੇ ਦਿਨ ਲੱਗਦੇ ਹਨ।
ਹੇਮਕੁੰਟ ਚੋਟੀ ਦੇ ਵਿੱਚ ਇੱਕ ਸਰੋਵਰ ਹੈ ਜਿਸ ਦੀ ਲੰਬਾਈ ਲਗਭਗ 3 ਫਰਲਾਂਗ ਅਤੇ ਚੌੜਾਈ 1.5 ਫਰਲਾਂਗ ਕਥਨ ਕੀਤੀ ਜਾਂਦੀ ਹੈ। ਇਸ ਸਰੋਵਰ ਦਾ ਪਾਣੀ ਬਹੁਤ ਨਿਰਮਲ ਬਲੌਰ ਵਾਂਗੂ ਸਾਫ਼ ਹੈ। ਇਸ ਦੇ 3 ਪਾਸੇ ਬਰਫ਼ ਦੀਆਂ ਢਿੱਗਾਂ ਜੰਮੀਆਂ ਰਹਿੰਦੀਆਂ ਹਨ। ਇਸ ਸਰੋਵਰ ਤੇ ਅਗਸਤ ਦੇ ਮਹੀਨੇ ਮੇਲਾ ਲੱਗਦਾ ਹੈ। ਪਹਾੜੀ ਲੋਕ ਉਸ ਸਮੇਂ ਇਸ ਵਿੱਚ ਬੜੀ ਸ਼ਰਧਾ ਨਾਲ ਇਸ਼ਨਾਨ ਕਰਦੇ ਹਨ। ਇਸ ਦੇ ਚੁਫੇਰੇ ਪਹਾੜਾਂ ਦੀ ਬਰਫ਼ ਢਲ ਕੇ ਇਸ ਵਿੱਚ ਪੈਂਦੀ ਰਹਿੰਦੀ ਹੈ, ਇਸ ਕਰਕੇ ਇਸ ਦਾ ਪਾਣੀ ਸਦਾ ਹੀ ਚੱਲਦਾ ਰਹਿੰਦਾ ਹੈ। ਇਸ ਵਹਿਣ ਨੂੰ ਹੇਮ ਨਦੀ ਆਖਦੇ ਹਨ। ਇੱਥੋਂ ਦੇ ਪਹਾੜੀ ਲੋਕਾਂ ਦਾ ਨਿਸ਼ਚਾ ਹੈ ਕਿ ਇਸ ਵਿੱਚ ਚੌਲ ਸੁੱਟੇ ਜਾਣ ਤਾਂ ਬੜੀ ਵਰਖਾ ਹੁੰਦੀ ਹੈ। ਇਸ ਨਦੀ ਦੇ ਖੱਬੇ ਹੱਥ ਅਤੇ ਉੱਪਰ ਚੜ੍ਹਾਈ ਸਮੇਂ ਆਪਣੇ ਸੱਜੇ ਹੱਥ ਦੁਸ਼ਟ ਦਮਨ ਦਸ਼ਮੇਸ਼ ਜੀ ਦੀ ਤਪਸ਼ਿਲਾ ਹੈ, ਜਿੱਥੇ ਆਪ ਜੀ ਨੇ ਆਪਣੇ ਅਵਤਾਰ ਲੈਣ ਤੋਂ ਪਹਿਲਾਂ ਬੈਠ ਕੇ ਬੜਾ ਭਾਰੀ ਤਪ ਕੀਤਾ ਲਿਖਿਆ ਹੈ। ਇਸ ਜਗ੍ਹਾ ਤੇ ਹੁਣ ਸੰਤ ਮੋਹਨ ਸਿੰਘ ਜੀ ਦੇ ਉਦਮ ਨਾਲ ਤੇ ਚੀਫ ਖਾਲਸਾ ਦੀਵਾਨ ਦੇ ਪ੍ਰਬੰਧਕਾਂ ਦੀ ਸਹਾਇਤਾ ਦੇ ਨਾਲ ਇੱਕ ਬੜਾ ਸੁੰਦਰ ਗੁਰਦੁਆਰਾ ਬਣਾਇਆ ਗਿਆ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ, ਜਿਵੇਂ ਪਿੱਛੇ ਆਪ ਜੀ ਦੀ ਜੀਵਨ ਕਥਾ ਵਿੱਚ ਦੱਸਿਆ ਗਿਆ ਹੈ, ਤੀਰਥ ਯਾਤਰਾ ਕਰਦੇ ਹੋਏ ਜਦ ਪਟਨੇ ਪੁੱਜੇ ਤਾਂ ਮਾਤਾ ਨਾਨਕੀ ਜੀ, ਮਹਿਲ ਗੁਜਰੀ ਜੀ ਅਤੇ ਮਾਮਾ ਕਿਰਪਾਲ ਦਾਸ ਸੇਵਕਾਂ ਸਹਿਤ ਸਾਰੇ ਪਰਿਵਾਰ ਦਾ ਪਟਨੇ ਸ਼ਹਿਰ ਵਿਖੇ ਨਿਵਾਸ ਦਾ ਪ੍ਰਬੰਧ ਕਰਕੇ ਆਪ ਰਾਜੇ ਰਾਮ ਸਿੰਘ ਜੈਪੁਰੀਏ ਦੀ ਬੇਨਤੀ ਪ੍ਰਵਾਨ ਕਰਕੇ ਉਸ ਨਾਲ ਅਸਾਮ ਦੇਸ਼ ਨੂੰ ਚਲੇ ਗਏ। ਪਿੱਛੋਂ ਪੋਹ ਸੁਦੀ ਸਪਤਮੀ ਸ਼ਨਿਚਰ ਐਤਵਾਰ ਦੀ ਰਾਤ ਸੰਮਤ 1966 ਨੂੰ ਮਾਤਾ ਗੁਜਰੀ ਜੀ ਦੇ ਘਰ ਸਾਹਿਬਜ਼ਾਦੇ ਦਾ ਜਨਮ ਹੋਇਆ। ਆਪ ਜੀ ਨੇ ਆਪਣੀ ਕਥਾ ਵਿੱਚ ਲਿਖਿਆ ਹੈ ਕਿ ਮੇਰੇ ਮਾਤਾ ਪਿਤਾ ਜੀ ਨੇ ਪੂਰਬ ਦਿਸ਼ਾ ਵੱਲ ਤੀਰਥ ਇਸ਼ਨਾਨ ਵਾਸਤੇ ਜਾਣਾ ਕੀਤਾ। ਜਦ ਉਹ ਤ੍ਰਿਬੈਣੀ ਜਾਣੀ ਕਿ ਪ੍ਰਾਗ ਰਾਜ ਪਹੁੰਚੇ ਤਾਂ ਉੱਥੇ ਉਹਨਾਂ ਨੇ ਬਹੁਤ ਪੁੰਨਦਾਨ ਕਰਕੇ ਕੁਝ ਦਿਨ ਬਤੀਤ ਕੀਤੇ। ਉੱਥੇ ਤ੍ਰਿਬੈਣੀ ਹੀ ਸਾਡਾ ਮਾਤਾ ਗੁਜਰੀ ਜੀ ਦੀ ਪਵਿੱਤਰ ਕੁੱਖ ਵਿੱਚ ਪ੍ਰਵੇਸ਼ ਹੋਇਆ ਅਤੇ ਪਟਨੇ ਸ਼ਹਿਰ ਵਿੱਚ ਅਸਾਂ ਜਨਮ ਲਿਆ। ਇਸ ਸਮੇਂ ਸਿਆਣੀ ਦਾਈ ਨੇ ਅਤੇ ਮਾਤਾ ਨਾਨਕੀ ਜੀ ਨੇ ਆਪ ਜੀ ਦੇ ਚਮਕਦੇ ਦਮਕਦੇ ਮੱਥੇ ਤੋਂ ਅਤੇ ਬਾਲਕ ਦੇ ਜਨਮ ਸਮੇਂ ਤੇ ਵਿਲੱਖਣ ਲੱਛਣਾਂ ਤੋਂ ਅਨੁਭਵ ਕਰ ਲਿਆ ਕਿ ਇਹ ਕੋਈ ਸਧਾਰਨ ਬਾਲਕ ਨਹੀਂ ਹੈ, ਸਗੋਂ ਇਹ ਕੋਈ ਪਰਮੇਸ਼ਰ ਦੀ ਸ਼ਕਤੀ ਰੂਪ ਧਾਰ ਕੇ ਆਈ ਹੈ, ਕਿਉਂਕਿ ਜਨਮ ਸਮੇਂ ਆਪ ਜੀ ਨੇ ਹੋਰ ਬਾਲਕਾਂ ਵਾਂਗੂ ਰੋ ਕੇ ਆਪਣੀ ਹਉਮੈ ਦੀ ਆਵਾਜ਼ ਪ੍ਰਗਟ ਨਹੀਂ ਸੀ ਕੀਤੀ। ਆਪ ਜੀ ਦੀਆਂ ਕੋਮਲ ਬੁੱਲੀਆਂ ਤੇ ਨੂਰੀ ਮੁਸਕਰਾਹਟ ਸੀ। ਸਾਹਿਬਜ਼ਾਦੇ ਦੇ ਜਨਮ ਸਮੇਂ ਉਸ ਕਮਰੇ ਵਿੱਚ 8 ਮੁਖੀਆ ਦੀਵਾ ਜਗ ਰਿਹਾ ਸੀ। ਆਪ ਜੀ ਦੇ ਜਨਮ ਦਾ ਐਸਾ ਪ੍ਰਚੰਡ ਪ੍ਰਕਾਸ਼ ਹੋਇਆ ਕਿ ਉਹਨਾਂ 8 ਜੋਤਾਂ ਦਾ ਪ੍ਰਕਾਸ਼ ਇਉਂ ਮਾਤ ਪੈ ਗਿਆ ਜਿਵੇਂ ਕਿ ਸੂਰਜ ਦੇ ਪ੍ਰਕਾਸ਼ ਅੱਗੇ ਚੰਦਰਮਾ ਮਾਤ ਪੈ ਜਾਂਦਾ ਹੈ। ਦੇਸ਼ ਵਿੱਚ ਜਿਹੜਾ ਧਰਮ ਦਾ ਗੂੜਾ ਹਨੇਰਾ ਛਾਇਆ ਹੋਇਆ ਸੀ, ਉਹ ਆਪ ਜੀ ਨੇ ਅਵਤਾਰ ਲੈਂਦਿਆਂ ਇੱਕ ਵਾਰ ਹੀ ਦੂਰ ਕਰ ਦਿੱਤਾ। ਆਪ ਜੀ ਦਾ ਅਵਤਾਰ ਸੂਰਜ ਦੇ ਸਮਾਨ ਸੀ, ਜਿਸ ਨੇ ਸਾਡੇ ਵਰਗੇ ਅਨੇਕਾਂ ਨੂੰ ਕਮਲਾਂ ਵਾਂਗੂ ਖੜਾ ਦਿੱਤਾ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।